खुदावन के बाबरकत नाम में आप सबको मेरी तरफ से सलाम। मैं आपका मेज़बान एडिसन और आपके प्रोग्राम मैं और मेरे घराने के साथ फिर से एक बार आप तमाम देखने वालों को खुशामदीद कहता हूं, और साथ ही साथ मैं अपने खूबसूरत घराने को जो यहाँ पर मौजूद है, जो आज हमें बताएंगे अपनी ज़िंदगी के हालात, और उनकी गवाहियों से हम बहुत मजबूती पाकर खुदा की राहों में आगे बढ़ने के लिए एक कदम और ज़्यादा तक़वियत में आगे जाएंगे, ताकि हम अपनी मुश्किलों से खुदा पर भरोसा करते हुए लड़ते हुए अपनी ज़िंदगी के सफ़र को बाआसानी तय कर सकें। जी माँ जी, आपको बहुत बहुत दिल की गहराइयों से हम खुशामदीद कहते हैं। जॉन टीवी पर आपने अपना कीमती वक़्त हमें दिया कि आप आकर अपनी ज़िंदगी का सफ़र बयान कर सकें और गवाहियाँ शेयर कर सकें। यीशु नाम को जलाल मिले और ज़्यादा आप भी और हमारे देखने वाले घराने भी राह की तरक्कियों में आगे से आगे बढ़ते जाएं। तो हम आपको खुशामदीद कहते हैं और हम जानना चाहेंगे कि आपकी ज़िंदगी में खुदा ने कैसे दखल अंदाज़ी की और आपने कैसे खुदा को कबूल किया, और फिर कैसे उसमें आगे बढ़ते बढ़ते ज़िंदगी का सफ़र तय करते हुए आप ज़िंदगी के इस उम्र के हिस्से में पहुंच गई। मैं जॉन टीवी का शुक्रिया अदा करती हूँ। सब टीम को, सब बहनों भाइयों को, बच्चों को, बड़ों को, छोटों को, सबको सलाम पेश करती हूँ। तो मैं अपनी दस मेरी गवाही है कि बचपन तो ला के ना मेरी अम्मी फौत हो गई सी, ते बस मैं दुआ च हो गई सां कि छोटी जी सां, ते उदों तो ला के मैनू ये शौक पिया है खुदा दे कलाम च पढ़न दा, क्योंकि पाजी साहब साडे घर रात भी रहिंदा सी, आंदा सी, ਉਹ ਸਿਖਾਉਂਦਾ ਰਹਿੰਦਾ ਸੀ शादी तो पहलों ही। ਤੇ ਅੱਜ ਤੋੜੀ ਨਾ ਮੈਨੂੰ ਇਹ ਸ਼ੌਕ ਹੈ ਕਿ ਮੈਂ ਚਰਚਾਂ 'ਚ ਜਾਵਾਂ, ਗੀਤ ਗਾਵਾਂ। ਮੈਂ ਉਹਨਾਂ ਨੂੰ ਕਹਿੰਦੀ ਕਿ ਮੈਨੂੰ ਤੁਸੀਂ ਗੀਤ ਕਿਉਂ ਨਹੀਂ ਕਹਿੰਦੇ, ਤੇ ਕਹਿੰਦੇ ਨੇ। ਤੇ ਫਿਰ ਵੀ ਮੈਂ ਕਿ ਸ਼ੁਕਰ ਹੈ ਕਿ ਇਹ ਖੁਦਾ ਨੇ ਸ਼ੌਕ ਪੈਦਾ ਕੀਤਾ। ਪਰ ਮੈਂ ਇਹ ਕਹਿੰਦੀ ਹਾਂ ਕਿ ਮੇਰੀ ਜ਼ਿੰਦਗੀ 'ਚ ਇੰਨੀਆਂ ਕਿ ਗਵਾਹੀਆਂ ਨੇ ਕਿ ਮੈਂ ਦੇਵਾਂ ਨਾ ਤੇ ਦੇ ਨਹੀਂ ਸਕਦੀ, ਇੰਨੀਆਂ ਕਿ ਗਵਾਹੀਆਂ, ਇੰਨੇ ਕਿ ਖੁਦਾ ਨੇ ਕੰਮ ਕੀਤੇ ਨੇ। ਮੇਰੇ ਬੰਦੇ ਦੇ ਨਾਂ ਕਤਲ ਦਾ ਕੇਸ ਲੱਗ ਗਿਆ ਸੀ ਜਿੱਥੇ ਉਹ ਕੰਮ ਕਰਦਾ ਸੀ। ਉਹ ਸ਼ੇਖ ਜ਼ੈਦ ਦਾ ਚੇਅਰਮੈਨ ਸੀ ਜਿਹਦੇ ਨਾਲ ਉਹਦੀ ਡਿਊਟੀ ਸੀ, ਤੇ ਉਹਦਾ ਕਤਲ ਹੋ ਗਿਆ ਸੀ। ਤੇ ਲੋਕੀ ਕਹਿੰਦੇ ਨੇ ਕਿ ਪੈਸੇ ਲੱਗਦੇ ਨੇ, ਕਿ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ, 8 ਦਿਨ ਪਤਾ ਹੀ ਨਹੀਂ ਸੀ ਲੱਗਾ ਕਿ ਕਿੱਥੇ ਆ। ਤੇ ਜੇ ਉਹਨੂੰ ਅਸੀਂ ਫਿਰ ਇੱਕ ਦਿਨ ਮੈਂ ਆਪਦੇ ਬੇਟੇ ਨੂੰ ਕਹਿੰਦੀ ਹਾਂ ਕਿ ਮੈਂ ਸਵੇਰੇ ਉਹਨੂੰ ਤੇਰੇ ਅੱਬੂ ਨੂੰ ਲੈ ਕੇ ਆਉਣਾ, ਮੈਂ ਕਿਹਾ ਕਿੱਥੇ ਹੈਗਾ, ਸਵੇਰੇ ਘਰ ਆ ਜਾਏਗਾ, ਦੁਆ ਕਰ ਰਹੀ ਸਾਂ। ਉੱਥੋਂ ਅਸੀਂ ਲੱਭਣਾ ਸ਼ੁਰੂ ਕੀਤਾ ਥਾਣਿਆਂ ਦੇ ਵਿੱਚ, ਤੇ ਨਹੀਂ ਲੱਭਾ ਸੀ। ਲੱਭਦੇ ਲੱਭਦੇ ਅਸੀਂ ਨਾ ਚਲੇ ਗਏ ਚੂਨਾ ਮੰਡੀ, ਤੇ ਉੱਥੋਂ ਜਾ ਕੇ ਤੇ ਬੇਟਾ ਮੇਰਾ ਅੰਦਰ ਗਿਆ, ਮੈਂ ਬਾਹਰ ਬੈਠੀ ਹਾਂ, ਤੇ ਉਹ ਲਗਾਵੇ ਕਹਿੰਦਾ ਮੈਨੂੰ ਉਹਨਾਂ ਕਿਹਾ ਹੈ ਕਿ ਜੁੱਤੀ ਪਾ ਤੇ ਦੌੜ ਜਾ, ਚਲਾ ਜਾ ਹੈ। ਤੇ ਆਂਦਾ ਮੈਂ ਜੁੱਤੀ ਪਾਈ ਹੈ, ਤੇ ਮੈਂ ਅੱਗੋਂ ਵੇਖਿਆ, ਤੇ ਮੈਂ ਕਿਹਾ ਖਰੇ ਮੇਰੇ, ਮੈਂ ਕਿ ਕੀ ਸੌਦਾ ਲੈਣ ਆਇਆ, ਨਾ ਕਦੇ ਇਹੋ ਜਿਹਾ ਵੇਖਿਆ ਸੀ ਤੇ ਨਾ ਕੁਛ। ਤੇ ਉਹ ਕਹਿੰਦਾ ਮੈਂ ਵੇਖਿਆ ਤੇ ਮੈਂ ਸਮਝਿਆ ਮੇਰੇ ਬੱਚਿਆਂ ਨੂੰ ਵੀ ਲੈ ਆਏ ਨੇ। ਤੇ ਇਹ ਖੁਦਾ ਦੇ ਕੰਮ ਨੇ। ਲੋਕੀ ਕਹਿੰਦੇ ਨੇ ਸੁੱਕੀ ਇੱਟ ਨਹੀਂ ਨਿਕਲਦੀ, ਉਂਝ ਚਲੇ ਜਾਣ ਕੋ ਫੜੀਜੇ ਤੇ ਇੰਨੇ ਪੈਸੇ ਲੱਗ, ਤੇ ਮੈਂ 10 ਰੁਪਏ ਨਹੀਂ ਸੀ ਲੱਗੇ, ਸਿਰਫ ਰਕਸ਼ੇ ਦਾ ਕਿਰਾਇਆ। ਹਾਲੇਲੂਇਆ। ਤੇ ਸੁੱਕੀ ਇੱਟ ਕੱਢ ਕੇ ਲਿਆਈ ਸਾਂ, ਤੇ ਆਉਂਦੀ ਚੀਜ਼ ਲਿਆਈ ਸਾਂ, ਦੁਆ ਕਰਾਈ ਸੀ, ਤੇ ਲੋਕਾਂ ਦੀ ਸ਼ੁਕਰਗੁਜ਼ਾਰੀ ਕੀਤੀ ਸੀ ਆਪਣੇ ਘਰ, ਥੋੜੀ ਜਾਂ ਬਹੁਤੀ ਜਾਂ ਜਿੰਨੀ ਵੀ। ਫਿਰ ਉਸ ਤੋਂ ਬਾਅਦ ਬਿਮਾਰ ਹੋਇਆ, ਇੰਨਾ ਕੁ ਬਿਮਾਰ ਹੋਇਆ ਹੈ ਕਿ ਅਸੀਂ ਆਂਦੇ ਸਾਂ ਕਿ ਘੜੀ ਹੈ ਜੇ ਪਾ ਲਿਆ। ਡਾਕਟਰਾਂ ਜਵਾਬ ਦੇ ਦਿੱਤਾ, ਗੁਲਾਬ ਦੇਵੀ ਵਾਲਿਆਂ ਵੀ, ਸ਼ੇਖ ਜ਼ੈਦ ਵਾਲੇ ਵੀ। ਤੇ ਮੈਂ ਕਹਿੰਦੇ ਕਮਰ ਜੜੀ 'ਚ ਪਾਣੀ ਲੈਣਾ, ਮੈਂ ਕਿਹਾ ਡਾਕਟਰ ਸਾਹਿਬ ਮੈਂ ਪਾਣੀ ਨਹੀਂ ਦੇਣਾ। ਕਹਿੰਦੇ ਘਰ ਲੈ ਜਾਓ, ਮੈਂ ਕਿਹਾ ਦੇ ਦਿਓ ਛੁੱਟੀ। ਤੇ ਮੈਂ ਦੁਆ ਕਰਦੀ ਸਾਂ ਚਰਚ ਜਾ ਕੇ, ਜਿਵੇਂ ਹੰਨਾ ਨੇ ਕੀਤੀ। ਤੇ ਮੈਂ ਇਸੇ ਖੁਦਾਵਾ ਮੈਂ ਤੇਰੇ ਤੋਂ ਲੈ ਕੇ ਉੱਠਣਾ ਹੈ, ਤੂੰ ਜੇ ਹੰਨਾ ਨੂੰ ਦੇ ਸਕਦਾ ਮੈਨੂੰ ਕਿਉਂ ਨਹੀਂ ਦੇਏਗਾ। ਮੇਰੇ ਆਲੇ ਦੁਆਲੇ ਲੋਕ ਇਕੱਠੇ ਹੋ ਗਏ ਕਿ ਬਾਜੀ ਤੈਨੂੰ ਕੀ ਹੋ ਗਿਆ ਹੈ। ਭੈਣਾਂ ਦੀ ਮੀਟਿੰਗ 'ਚ ਮੈਂ ਉਹਨਾਂ ਦੇ ਨਾਲ ਹੁੰਦੀ ਸਨ, ਕੇਅਰ ਟੇਕਰ ਸਾਂ। ਤੇ ਉਹ ਫਿਰ ਨਾ ਮੈਂ ਕਿਹਾ ਕਿ ਦੱਸਿਆ ਉਹਨਾਂ ਨੂੰ, ਤੇ ਉਹ ਨਾ ਫਿਰ ਜੇ ਮੈਂ ਗਈ ਉੱਥੇ ਤੇ ਉਦੋਂ ਹੀ ਉਹਨਾਂ ਪਾਣੀ ਦਾ ਕਿ ਮੈਂ ਕਿਹਾ ਮੈਂ ਦੇਣਾ। ਉਹਦੇ ਬਾਅਦ 3 ਸ਼ਾਦੀਆਂ ਕੀਤੀਆਂ, ਇਹਦੀ ਵੀ, ਫਰਜ਼ਾਨਾ ਦੀ ਵੀ, ਤੇ ਕੁੜੀਆਂ ਦੀਆਂ ਸ਼ਾਦੀਆਂ ਉਹਨੇ ਕੀਤੀਆਂ ਨੇ। ਤੇ ਇੰਨੀਆਂ ਸਹੀ ਸ਼ਾਦੀਆਂ, 2-2 ਡਿਊਟੀਆਂ ਕਰਦਾ ਰਿਹਾ, ਬਿਲਕੁਲ ਠੀਕ ਸੀ। ਤੇ ਹੁਣ ਵੀ ਜਦੋਂ ਫੌਤ ਹੋਇਆ ਨਾ, ਬਿਮਾਰ ਹੋਇਆ, ਤੇ ਮੈਂ ਲੇਟੀ ਹਾਂ, ਦੁਆ ਕਰਨ ਰਹੀ ਹਾਂ। ਤੇ ਸਵੇਰੇ ਸਵੇਰੇ ਦਾ ਟਾਈਮ ਐਡਾ ਕਿ ਕਲੀਨ ਮੈਂ ਵਿਛਾਇਆ ਮੰਜੀ ਤੇ, ਇਸ ਤਰ੍ਹਾਂ ਟਰਾਲੀ ਹੈ। ਤੇ ਜਿਵੇਂ ਕੋਈ ਬਾਹਰੋਂ ਆਇਆ ਤੇ ਕਹਿ ਰਿਹਾ ਕਿ ਨੰਬਰ ਲੱਗ ਚੁੱਕਾ ਹੈ। ਤੇ ਮੈਂ ਅੱਖਾਂ ਖੋਲ ਲੀਆਂ, ਤੇ ਮੈਂ ਕਿਹਾ ਨੰਬਰ ਕਿਸ ਚੀਜ਼ ਦਾ ਲੱਗ ਚੁੱਕਾ ਹੈ। ਤੇ ਸਵੇਰੇ ਐਤਵਾਰ ਸੀ, ਮੈਂ ਫਿਰ ਵੀ ਰੋਜ਼ਾ ਰੱਖਿਆ ਹੈ, ਤੇ ਹਸਪਤਾਲ ਚਲੀ ਗਈ ਹਾਂ, ਤੇ ਦੁਆ ਕਰਦੀ ਰਹੀ ਹਾਂ।
ਕਿਉਂਕਿ ਖੁਦਾ ਦੀ ਮਰਜ਼ੀ ਸੀ ਨੰਬਰ ਤਾਂ ਉਹਦਾ ਲੱਗ ਚੁੱਕਾ ਸੀ, ਮੈਨੂੰ ਇਹ ਸਮਝ ਨਹੀਂ ਸੀ ਕਿ ਨੰਬਰ ਲੱਗ ਚੁੱਕਾ। ਫਿਰ ਮੈਨੂੰ ਖਾਬ ਆਈ ਹੈ ਕਿ ਮੈਂ ਇਸ ਤਰ੍ਹਾਂ ਲੇਟੀ ਹੈ ਤੇ ਇਸ ਤਰ੍ਹਾਂ ਟਰਾਲੀ ਮੇਰੇ ਕੋਲ ਪਈ ਹੈ ਤੇ ਜੋ ਤੇਜ਼ੀ ਨਾਲ ਡੱਬੇ ਵਾਲਾ ਦਲੀਆ ਗਿਰਦਾ ਪਿਆ ਹੈ ਤੇ ਮੈਂ ਕਹਿੰਦੀ ਹਰ ਛੱਤ ਨੂੰ ਮੋਰੀ ਹੋਗੀ, ਜੇ ਵੇਖੀ ਤੇ ਨਾ ਮੋਰੀ ਤੇ ਨਾ ਦਲੀਆ। ਮੈਂ ਕਿਹਾ ਅੱਛਾ ਖੁਦਾ ਨੇ ਕਿਹਾ ਕਿ ਰਿਜ਼ਕ ਤੇ ਮੈਂ ਦੇਣਾ ਹੈ। ਪਰ ਫਿਰ ਜੇ ਮੈਂ ਲੱਗੀ ਜਾ ਰਹੀ ਹਾਂ ਤੇ ਮੈਨੂੰ ਮਗਰੋਂ ਆਵਾਜ਼ ਪਈ ਹੈ ਕਿ ਤੂੰ, ਮੈਂ ਕਹਿੰਦੀ ਪਈ ਹਾਂ ਮੈਂ ਇਕੱਲੀ ਹਾਂ ਤੇ ਮੇਰੇ ਹਾਲੀ 4 ਬੱਚੇ ਵਿਆਹੁਣ ਵਾਲੇ ਨੇ ਤੇ 4 ਦੀਆਂ ਸ਼ਾਦੀਆਂ ਹੋ ਗਈਆਂ ਤੇ ਉਹ ਕਹਿੰਦਾ ਮੈਂ ਤੇਰੇ ਨਾਲ ਹੈ, ਤੂੰ ਇਕੱਲੀ ਨਹੀਂ। ਪਰ ਖੁਦਾ ਨੇ ਇੰਨੇ ਕੁ ਕੰਮ ਕੀਤੇ ਨੇ, ਜਦੋਂ ਮੈਂ ਸ਼ਾਦੀ ਕਰਾਂ ਜੋ ਕੋਈ ਮੁਸ਼ਕਲ ਕੋਈ ਪਰੇਸ਼ਾਨੀ, ਸਿਰਫ ਮੈਂ ਦੁਆ ਕਰਨੀ ਹੈ। ਮੇਰਾ ਖੁਦਾ ਤੇ ਅਮਾਨ ਹੈ ਤੇ ਉਹ ਮੇਰਾ ਕੰਮ ਇੰਨਾ ਕੁ ਅੱਛਾ ਹੋ ਜਾਂਦਾ ਕਿ ਸੋਚ ਤੋਂ ਬਾਹਰ ਹੋ ਜਾਂਦਾ ਹੈ, ਬਹੁਤ ਹੀ ਅੱਛਾ ਹੋ ਜਾਂਦਾ ਹੈ। ਮੈਂ ਕਹਿੰਦੀ ਕਿ ਸਾਰਿਆਂ ਨੂੰ, ਭੈਣਾਂ ਭਾਈਆਂ ਨੂੰ, ਸਭ ਨੂੰ ਕਹਿੰਦੀ ਕਿ ਖੁਦਾ ਨਾਲ ਰਾਬਤਾ ਰੱਖੋ। ਕਿਸੇ ਨੂੰ ਕੋਈ ਭੈਣ ਭਰਾ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਕੋਈ ਨਹੀਂ ਬਣਦਾ, ਸਿਰਫ ਉਹ ਹੀ ਇਕੱਲਾ ਦੀ ਜਾਤ ਯਿਸੂ ਬਾਪ ਜਿਹੜਾ ਨਾ, ਉਹਦੇ ਤੋਂ ਸਿਵਾ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਵੀ ਨਹੀਂ ਕਰ ਸਕਦੇ, ਆਪਣਾ ਆਪ ਵੀ ਬੱਚਿਆਂ ਦਾ ਕੋਈ ਨਹੀਂ ਕਰ ਸਕਦਾ, ਇਨਸਾਨ ਕੋਈ ਨਹੀਂ ਕਰ ਸਕਦਾ। ਜੇ ਖੁਦਾ ਨਾਲ ਹੈ ਤਾਂ ਸਾਰਾ ਕੁਝ ਹੀ ਹੈ, ਜੇ ਖੁਦਾ ਨਹੀਂ ਤਾਂ ਕੁਝ ਵੀ ਨਹੀਂ। ਤੇ ਮੇਰੇ ਨਾਲ ਤਾਂ ਖੁਦਾ ਚੱਲਦਾ ਹੈ। ਮੈਂ ਕੰਮ ਤੋਂ ਵੀ ਆਵਾਂ ਨਾ ਤੇ ਮੈਂ ਦੁਆ ਰਸਤੇ 'ਚ ਕਰਦੀ ਹੋਣੀ ਕਿ ਇਹ ਟਾਈਮ ਮੈਨੂੰ ਹੋ ਜਾਂਦਾ ਤੇ ਮੈਨੂੰ ਆਉਂਦਿਆਂ ਰਕਸ਼ਾ ਵੀ ਮਿਲ ਜਾਏਗਾ, ਅੱਛੀ ਚੀਜ਼ ਮਿਲੇਗੀ, ਖਾਲੀ ਰਕਸ਼ਾ ਮਿਲੇਗਾ। ਔਰ ਚਿੰਗ ਚਿੰਗ ਮੈਨੂੰ ਪਸੰਦ ਹੈ ਕਿ ਬਾਹਰ ਲੱਗਦੀ ਵਾ ਖੁੱਲਾ ਹੁੰਦਾ, ਚਿੰਗ ਚਿੰਗ ਹੀ ਮਿਲੇਗਾ ਹੈ ਉਸੇ। ਮੈਂ ਨਹੀਂ ਕਿ ਇੰਨਾ ਕੁ ਜਿੰਨਾ ਵੀ ਉਹਦਾ ਸ਼ੁਕਰੀਆ ਅਦਾ ਕਰਾਂ ਓਨਾ ਹੀ ਥੋੜਾ ਹੈ। ਕਿਉਂਕਿ ਮੈਨੂੰ ਬਚਪਨ ਦੀ ਲਗਨ ਹੈ। ਮੇਰੇ ਨਾਨਕੇ ਜਿਹੜੇ ਸੀ ਨਾ, ਮੇਰੀ ਮਾਂ ਫੌਤ ਹੋ ਗਈ ਸੀ ਤੇ ਉਹ ਲੈ ਗਏ ਸੀ ਸਾਨੂੰ, ਨਿੱਕੇ ਨਿੱਕੇ ਅਸੀਂ ਵੇਖੀ ਵੀ ਨਹੀਂ। ਉਹ ਨਾ ਹਾਲੀ ਤੋੜੀ ਹੈਗੇ ਨੇ ਖੁਦਾ 'ਚ, ਇਹ ਪਿੰਡ ਹੈਗਾ ਕਾਨੇ ਤੋਂ ਅੱਗੇ ਲੱਦੇ ਕੀ ਪੁੱਲ ਲੱਦੇ ਕੀ। ਤੇ ਇੰਨਾ ਕਿ ਅਸੀਂ ਪਰਾਲੀਆਂ ਅੱਜ ਕੱਲ੍ਹ ਵਿਛਾ ਲੈਣੀਆਂ, ਵਿਆਹ ਤੋਂ ਅੱਗੇ ਹੀ 5-6 ਸਾਲ ਪਹਿਲਾਂ ਦੀ ਗੱਲ, ਬਚਪਨ ਤੋਂ ਲਾ ਕੇ ਮੇਰੀ ਖੁਦਾ ਨਾਲ ਲੱਗਣ ਹੈ। ਇਹ ਨਹੀਂ ਕਿ ਅੱਜ ਹੀ ਹੋਈ ਤੇ ਹਾਲੀ ਤੋੜੀ ਵੀ ਉਹ ਜਿਹੜਾ ਜਜ਼ਬਾ ਹੈ ਨਾ, ਤੇ ਉਹ ਜਿਹੜੀ ਮੇਰੀ ਉਹ ਹੈਗੀ ਹੈ, ਉਹ ਮੈਨੂੰ ਸ਼ੌਕ ਹੈ, ਉਹ ਮੇਰਾ ਹਾਲੀ ਵੀ ਨਹੀਂ ਪੂਰਾ ਆਉਂਦਾ। ਮੈਂ ਕਹਿੰਦੀ ਕਿ ਜਿਹੜੇ ਚਰਚ ਜਾਵਾਂ, ਸਾਡੇ ਉੱਥੇ 6-7 ਚਰਚ ਨੇ ਬਾਮੀ ਕਾਨੂੰਨੀ 'ਚ, ਜਿਹੜੇ ਚਰਚ ਮਰਜ਼ੀ ਜਾਵਾਂ, ਜਦ ਭਾਈ ਸਾਹਿਬ ਕਹਿਣ ਤਾਂ ਮੈਂ ਨਹੀਂ, ਭਾਈ ਸਾਹਿਬ ਜੀ ਹਾਲੀ ਲੋਕਾਂ ਨੂੰ ਆ ਲੈਣ, ਹਾਲੀ ਨਹੀਂ ਮਗਾਣਾ। ਹਫ਼ਤੇ 'ਚ ਭਾਵੇਂ ਜਿੰਨੀ ਮਰਜ਼ੀ ਦੁਨੀਆ ਹੋਵੇ ਗਾੜੀ ਦਾ, ਪਰ ਮੇਰੇ ਤੋਂ ਹੁਣ ਵੀ ਸੁਣ ਲਓ, ਕਿਸੇ ਸਦਾ ਬਹਾਰ ਦਾ, ਈਸਟਰ ਦਾ, ਫਿਰ ਵੱਡੇ ਦਿਨ ਦਾ, ਜਿਹੜੇ ਮਰਜ਼ੀ। ਤੇ ਕਦੀ ਹਾਲੀ ਕਿ ਮੈਂ ਪੜ੍ਹ ਪੜ੍ਹੀ ਕੁਛ ਨਹੀਂ, ਪਰ ਗੀਤ ਮੇਰੇ ਕਲਾਮ ਦੇ ਹੀ ਹੋਣਗੇ। ਉਹ ਆਂਦੇ ਹੁੰਦੇ ਨੇ ਕਿ ਵੇਖੋ ਇਹ ਖੁਦਾ ਦੀ ਵੇਖਣੀ। ਇੱਕ ਵਾਰ ਮੁਕਾਬਲੇ 'ਚ ਮੈਂ ਗੀਤ ਗਾਇਆ, ਕੰਮ ਤੋਂ ਆਈ, ਕੱਪੜੇ ਵੀ ਮੇਰੇ ਉਹੋ ਹੀ ਕੰਮ ਵਾਲੇ, ਤੇ ਮੈਂ ਵੈਸੇ ਹੀ ਗਈ ਹਾਂ ਤੇ ਮੈਨੂੰ ਨਹੀਂ ਸੀ ਪਤਾ। ਉਹਨਾਂ ਅੱਗੋਂ ਮੇਰੀ ਪਰਚੀ ਲੈ ਲਈ, ਪਰਚੀ ਲੈ ਲਈ ਤੇ ਉਹ ਜਦੋਂ ਮੇਰੇ ਮੁੰਡੇ ਦਾ ਨਾਂ ਆਇਆ, ਉਹ ਜੀ ਘਰ ਚਲਾ ਗਿਆ। ਫਿਰ ਇੱਕ ਸਾਡਾ ਹੋਰ ਮਸਾਇਆ ਸੀ, ਉਹਦਾ ਨਾਂ ਆਇਆ ਤੇ ਉਹ ਚਲਾ ਗਿਆ, ਤੇ ਪਰਚੀ ਮੇਰੀ ਉਹਨਾਂ ਲਈ ਸੀ ਤੇ ਉਹਨਾਂ ਮੈਨੂੰ ਸਟੇਜ ਤੇ ਬੁਲਾ ਲਿਆ। ਫਿਲਮਾਂ ਬਣਨ ਪਈਆਂ ਹੈ, ਤਸਵੀਰਾਂ ਲੱਥਣ ਪਈਆਂ, ਜੱਜ ਆਇਆ ਉੱਥੋਂ ਕਸੂਰੋਂ ਅੱਗੇ ਤੇ ਉਹਨਾਂ ਮੈਨੂੰ ਬੁਲਾ ਲਿਆ। ਮੈਂ ਚਲੀ ਗਈ, ਇਸੇ ਤਰ੍ਹਾਂ ਕੈਮਰੇ ਲੱਗੇ ਨੇ, ਚਲੀ ਗਈ। ਤੇ ਉਹ ਵੱਡੇ ਦਿਨ ਦਾ ਹੈਗਾ ਸੀ, ਉਹ ਮੈਂ ਫਿਰ ਗੀਤ ਗਾਇਆ ਤੇ ਲੋਕੀ ਕਹਿਣ ਵੇਖੋ ਖੁਦਾ ਦੀ ਦੇਣ, ਇਹਨੂੰ ਪੜ੍ਹੀ ਹੈਗੀ ਨਹੀਂ ਤੇ ਗੀਤ ਵੇਖੋ। ਜੱਜ ਨੇ ਕਿਹਾ ਕਿ ਉਹਨੂੰ ਬੁਲਾਓ ਜਿਹੜੀ ਐਂਟੀ ਗੀਤ ਗਾ ਕੇ ਗਈ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਾਮ ਦਿੰਦੇ ਜੀ। ਤੇ ਮੈਂ ਆ ਗਈ। ਫਿਰ ਮੈਨੂੰ ਸੁਬਾ ਮੈਂ ਕਿਹਾ ਮੈਨੂੰ ਨਾਮ ਉਹਨੇ ਦੇਣਾ, ਬੜੇ ਨਾਮ ਮੈਨੂੰ ਦਿੰਦਾ ਹੈ। ਆਹ ਕਿ ਨਹੀਂ, ਉਹ ਗੀਤ ਹੈਗਾ ਯਿਸੂ ਜੰਮਿਆ ਤੇ ਮਿਲਣ ਵਧਾਈਆਂ ਤੇ ਜੱਗ ਵਿੱਚ ਧੁੰਮਾਂ ਪੈ ਗਈਆਂ। ਧੁੰਮਾਂ ਪੈ ਗਈਆਂ, ਥੋੜਾ ਜਿਹਾ ਜ਼ਰਾ ਗੁੰਗੁਣਾ ਕੇ ਸਾਨੂੰ ਵੀ ਸੁਣਾ ਦਿਓ। ਯਿਸੂ ਜੰਮਿਆ ਤੇ ਮਿਲਣ ਵਧਾਈਆਂ, ਜੱਗ ਵਿੱਚ ਧੁੰਮਾਂ ਪੈ ਗਈਆਂ, ਧੁੰਮਾਂ ਪੈ ਗਈਆਂ। ਯਿਸੂ ਜੰਮਿਆ ਤੇ ਮਿਲਣ ਵਧਾਈਆਂ, ਜੱਗ ਵਿੱਚ ਧੁੰਮਾਂ ਪੈ ਗਈਆਂ। ਅਰਸ਼ ਫਰਸ਼ ਤੇ ਖੁਸ਼ੀਆਂ ਹੋਈਆਂ, ਅਰਸ਼ ਫਰਸ਼ ਤੇ ਖੁਸ਼ੀਆਂ ਹੋਈਆਂ, ਸੁੱਤੀਆਂ ਕੌਮਾਂ ਉੱਠੀਆਂ ਹੋਈਆਂ, ਸੁੱਤੀਆਂ ਕੌਮਾਂ ਉੱਠੀਆਂ ਹੋਈਆਂ, ਨਾਲੇ ਦਿਓ ਵਧਾਈਆਂ, ਜੱਗ ਵਿੱਚ ਧੁੰਮਾਂ ਪੈ ਗਈਆਂ, ਧੁੰਮਾਂ ਪੈ ਗਈਆਂ। ਯਿਸੂ ਜੰਮਿਆ ਤੇ ਮਿਲਣ ਵਧਾਈਆਂ, ਜੱਗ ਵਿੱਚ ਧੁੰਮਾਂ ਪੈ ਗਈਆਂ। ਅਰਸ਼ੀ ਫਰਸ਼ੀ ਖੁਸ਼ੀ ਅੱਜ ਸਾਰੇ, ਅਰਸ਼ੀ ਫਰਸ਼ੀ ਖੁਸ਼ੀ ਅੱਜ ਸਾਰੇ, ਖੁਸ਼ੀਆਂ ਦੇ ਵਿੱਚ ਚੰਨ ਸਿਤਾਰੇ, ਖੁਸ਼ੀਆਂ ਦੇ ਵਿੱਚ ਚੰਨ ਸਿਤਾਰੇ। ਸਾਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ, ਜੱਗ ਵਿੱਚ ਧੁੰਮਾਂ ਪੈ ਗਈਆਂ, ਧੁੰਮਾਂ ਪੈ ਗਈਆਂ। ਯਿਸੂ ਜੰਮਿਆ ਤੇ ਮਿਲਣ ਵਧਾਈਆਂ, ਜੱਗ ਵਿੱਚ ਧੁੰਮਾਂ ਪੈ गईਆਂ, धुम्मा पै गईਆਂ। हालेलुया हालेलुया। नाजरीन, आपने बहुत खूबसूरत क्रिसमस के हवाले से भी गीत सुना और क्रिसमस भी आने वाला है। आज हफ्ते का आमद का पहला हफ्ता है और आपको एडवांस में क्रिसमस मुबारक हो। और आपने बहुत ही खूबसूरत गीत हमें सुनाया है। नहीं नहीं इन्ना नहीं, टाइम के मुताबिक असी एक ही सुन के वाकई साड़ी रूह खुश हो गई है। खुदा दी रूह ने सानू टच किया है। तो असी सिर्फ तुहाडे कोल ये सवाल पूछांगे
ਕਿ ਤੁਸੀਂ ਜਵਾਨੀ ਤੋਂ ਲੈ ਕੇ ਹੁਣ ਤੱਕ ਖੁਦਾ ਨਾਲ ਚੱਲਦੇ ਰਹੇ ਜੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਗੁਜ਼ਰਦੇ ਰਹੇ ਔਰ ਜਾਂ ਇੱਥੋਂ ਤੱਕ ਪਹੁੰਚ ਗਏ ਜੇ, ਤੇ ਤੁਸੀਂ ਸਾਡੇ ਵੇਖਣ ਵਾਲੀ ਔਰਤਾਂ ਨੂੰ ਕੀ ਪੈਗਾਮ ਦਿਓਗੇ ਕਿ ਉਹ ਆਪਣੀ ਜ਼ਿੰਦਗੀ ਤੇ ਜਿਹੜੀ ਮਜ਼ਬੂਤੀ ਨਾਲ ਅੱਗੇ ਵਧਣ? ਮੈਂ ਜਦੋਂ ਚਰਚ ਜਾਨੀ ਹੈ ਨਾ ਤੇ ਮੈਂ ਪੁਰਾਣਾ ਤੇ ਨਵਾਂ ਪਹਿਲਾ ਸਾਮੂਐਲ ਗੀਤ ਗਾਣੀ ਹੰਨਾ ਵਾਲਾ, ਤੇ ਮੈਂ ਕਹਿੰਦੀ ਹਾਂ ਭੈਣਾਂ ਨੂੰ ਸਾਰੀਆਂ ਨੂੰ ਕਿ ਤੁਸੀਂ ਜਿਵੇਂ ਡਾਕਟਰਾਂ ਕੋਲ ਨਾ ਜਾਓ, ਡਾਕਟਰਾਂ ਕੋਲ ਕੁਝ ਨਹੀਂ ਹੈਗਾ, ਤੇ ਤੁਸੀਂ ਜਿਵੇਂ ਹੰਨਾ ਕਿਹਾ ਸੀ ਕਿ ਮੈਂ ਲੈ ਕੇ ਉਠਾਂਗੀ ਤੇ ਤੁਸੀਂ ਲੈ ਕੇ ਉਠੋਗੀਆਂ, ਤੁਹਾਨੂੰ ਖੁਦਾ ਦੇਵੇਗਾ ਕਿਉਂ ਨਾ। ਉਹਨੂੰ ਕਹੇ ਕਿ ਜੇ ਤੂੰ ਸਾਰੀ ਦੁਨੀਆ ਨੂੰ ਦੇਣਾ ਹੈ, ਤੂੰ ਮੇਰਾ ਵੀ ਬਾਪ ਹੈ, ਤੇ ਮੈਨੂੰ ਕਿਉਂ ਨਹੀਂ ਤੂੰ ਦੇ ਸਕ, ਮੈਂ ਤੇਰੇ ਤੋਂ ਹੀ ਲੈਣਾ। ਇੱਕ ਗੀਤ ਹੈਗਾ ਸੀ, ਤੇਰੇ ਕੋਲੋਂ ਲੈਣੀ ਹੈ ਸ਼ਿਫਾ, ਯਿਸੂ ਤੂੰ ਹੈ ਮੇਰੀ ਜ਼ਿੰਦਗੀ ਦੀ ਰਾਹ ਹੈ, ਤੇਰਾ ਦਰ ਛੱਡ ਕੇ ਤੇ ਕਿਹੜੇ ਦਰ ਜਾਈਏ, ਜ਼ਿੰਦਗੀ ਸਕੂਨ ਅਸੀਂ ਕਿਹਦੇ ਕੋਲ ਪਾਈਏ, ਯਿਸੂ ਤੂੰ ਹੈ ਮੇਰੀ ਜ਼ਿੰਦਗੀ। ਤੇ ਜੇ ਅਸੀਂ ਉਹਨੂੰ ਕਹਾਂਗੇ ਤੇ ਦੇਵੇਗਾ ਕਿਉਂ ਨਾ। ਮੈਂ ਤੇ ਉਹਦੇ ਨਾਲ ਮੈਂ ਕਹਿੰਦੀ ਤੇਰੇ ਕੋਲ ਲੈਣੀ ਤੇ ਤੂੰ ਹੀ ਦੇ। ਵਾਕਿਆ ਹੀ ਇਹ ਮੈਂ ਛੋਏ ਨਹੀਂ ਮਾਰਦੀ, ਨਾ ਕੋਈ ਮੇਰੇ ਚ ਕੋਈ ਗਰੂਰ ਹੈਗਾ ਜਾਂ ਕੁਛ, ਮੈਂ ਪੜ੍ਹੀ ਨਹੀਂ, ਪਰ ਮੈਨੂੰ ਪਤਾ ਕਿ ਕਲਾਮ ਕੀ ਹੈ ਤੇ ਮੰਗੀਏ ਤੋਂ ਦੇਂਦਾ है। वहाँ सपोर विषयों को कुचलिस्तान की सारी ताकत पर गालबा वो मैं तमाम तर जलाल और इज्जत मेरे खुदावंद खुदा को नाम को है और उसी के नाम को जलाल है। तमाम देखने वाले नाजरीन को आज की गवाहियों से और इन बहन से जो कुछ भी आपने सबक सीखा है, कोशिश करें कि इसे अपनी ज़िंदगी में अपना लें, मसीहत में चलें, यस्सु में जो है कदम ब कदम आगे बढ़ते जाएं, ताकि जो कुछ भी मुश्किल आए, जैसी भी मुश्किल आए, आप खुदा में रह के कायम रहें, दुआ करें, ताकि आप भी बहन की तरह उन मुश्किलों से आसानी बाहर निकल सकें। आप तमाम देखने वालों का शुक्रिया अदा करता हूँ और उम्मीद रखता हूं कि आप दूसरे प्रोग्राम के इंतज़ार में रहेंगे। हम बहुत जल्द नए घराने के साथ, नई गवाही के साथ, ज़िंदगी के सफ़र के साथ जॉन टीवी पर फिर आपके सामने हाजिर होंगे। मैं बाजी से भी इजाज़त चाहूँगा। इनका बहुत बहुत शुक्र। जॉन टीवी वाले का मैं शुक्रिया अदा करनी है, दिल की गहराइयों से शुक्रिया अदा कर भी आपके दिल की गहराइयों से शुक्र अदा करते हैं, शुक्रिया अदा करते हैं कि आपने कीमती वक़्त हमें दिया और हमारे साथ और हमारे देखने वाले घरानों के साथ अपनी ज़िंदगी के शेयर किया।